Hello students, welcome to my YouTube channel. Today I am discuss about to the class 8th lesson number 5th our national symbols. In this session I am discussing about to the national emblem of India, and at the end of this video I will explain the word meanings and words phrases in this session only, and in the second part of this session I am discuss about to the question answer of this lesson. Now I will start this session. ਇਹ ਜਿਹੜਾ ਦਰਖਤ ਹੈ ਇਹ ਵੀ ਸਾਡਾ ਜਿਹੜਾ ਜੋ ਗੱਲ ਕਰੀਏ ਇਸ ਚੈਪਟਰ ਦੇ ਵਿੱਚ ਜਿਹੜਾ ਫਸਟ ਆ ਇਹ ਵੀ ਸਾਡੇ ਨੈਸ਼ਨਲ ਸਿੰਬਲਸ ਦੇ ਵਿੱਚ ਆਉਂਦਾ ਵਾ। ਤੁਸੀਂ ਮੈਨੂੰ ਦੱਸਣਾ ਹੋਵੇ ਕਿਹੜਾ ਨੈਸ਼ਨਲ ਸਿੰਬਲ ਆ। ਸਟਾਰਟ ਕਰਦੇ ਹਾਂ। Every independent countries of the world have been a national symbols of its own. These symbols inspire and united its peoples. They stands for their various cultures, features and values of nation। ਕਹਿੰਦਾ ਵੀ ਜਿਹੜਾ ਹਰੇਕ ਇੰਡੀਪੈਂਡੈਂਟ ਸੁਤੰਤਰ ਕੰਟਰੀ ਹੁੰਦੀ ਆ ਉਹਦਾ ਆਪਣੇ ਕੋਈ ਨੈਸ਼ਨਲ ਸਿੰਬਲ ਜਾਣੀ ਕਿ ਚਿੰਨ੍ਹ ਹੁੰਦੇ ਨੇ, ਉਹ ਉਹਨੂੰ ਇੰਸਪਾਇਰ ਕਰਦੇ ਆ, ਜਾਣੀ ਕਿ ਉਹਨੂੰ ਮੋਟੀਵੇਟ ਕਰਦੇ ਆ ਅਤੇ ਉਹਨਾਂ ਨੂੰ ਇਕੱਠਾ ਕਰਕੇ ਰੱਖਦੇ ਆ ਹਰੇਕ ਬੰਦਿਆਂ ਨੂੰ। ਇਹ ਉਹਨਾਂ ਦੇ ਕਲਚਰ ਅਤੇ ਉਹਨਾਂ ਦੇ ਨੇਸ਼ਨ ਦੀ ਵੈਲਿਊਜ਼ ਨੂੰ ਦਰਸਾਉਂਦਾ ਵਾ। ਸਾਡੇ ਜਿਹੜੇ ਨੈਸ਼ਨਲ ਐਂਬਲਸ ਨੇ ਉਹ ਕਿੰਨੇ ਨੇ? 7 ਨੇ। ਯਾਦ ਰੱਖਣੇ ਆ ਕਿਹੜੇ ਕਿਹੜੇ ਨੇ। ਆਵਰ ਨੈਸ਼ਨਲ ਫਲੈਗ, ਆਵਰ ਨੈਸ਼ਨਲ ਐਂਬਲਮ, our national anthem, our national song, our national animal, our national words, our national flower। ਫਸਟ ਜਿਹੜਾ ਵਾ ਇਹ ਕਿਹੜਾ ਵਾ? ਆਵਰ ਨੈਸ਼ਨਲ ਸਿੰਬਲ ਦੇ ਵਿੱਚ ਫਸਟ ਹੈਗਾ ਫਲੈਗ। ਸਾਡੇ ਫਲੈਗ ਦੇ ਵਿੱਚ ਕਿੰਨੇ ਕਲਰਸ ਨੇ? 3 ਕਲਰਸ ਨੇ। ਟੌਪ ਦੇ ਉੱਤੇ ਸੈਫਰਨ, ਸੈਕਿੰਡ ਦੇ ਵਿੱਚ ਵਾਈਟ ਅਤੇ ਲਾਸਟ ਦੇ ਵਿੱਚ ਗ੍ਰੀਨ। ਇਹ ਕਿਸ ਚੀਜ਼ ਨੂੰ ਇੰਡੀਕੇਸ਼ਨ ਕਰਦੇ ਆ ਉਹਦੇ ਬਾਰੇ ਗੱਲ ਕਰਦੇ ਹਾਂ। ਆਵਰ ਨੈਸ਼ਨਲ ਫਲੈਗ ਇਜ਼ ਕਾਲਡ ਟੂ ਦੀ ਤਿਰੰਗਾ, ਉਹਨੂੰ ਅਸੀਂ ਤਿਰੰਗਾ ਕਹਿੰਦੇ ਆ। ਇਹ 3 ਕਲਰਸ ਯਾਨੀ ਕਿ 3 ਕਲਰਸ ਹੁੰਦੇ ਆ। ਫਸਟ ਇਜ਼ ਸੈਫਰਨ, ਸੈਕਿੰਡ ਇਜ਼ ਵਾਈਟ, ਥਰਡ ਇਜ਼ ਗ੍ਰੀਨ। ਸੈਫਰਨ ਜਿਹੜਾ ਹੁੰਦਾ ਟੌਪ ਦੇ ਉੱਤੇ ਹੁੰਦਾ, ਗ੍ਰੀਨ ਹੁੰਦਾ ਬਾਟਮ ਦੇ ਵਿੱਚ ਹੁੰਦਾ, ਅਤੇ ਸੈਫਰਨ ਅਤੇ ਗ੍ਰੀਨ ਦੇ ਬਿਟਵੀਨ ਕਿਹੜਾ ਹੁੰਦਾ? ਵਾਈਟ ਕਲਰ ਹੁੰਦਾ। ਮਿਡਲ ਦੇ ਵਿੱਚ ਜਿਹੜਾ ਵਾਈਟ ਕਲਰ ਹੁੰਦਾ ਉਹਦੇ ਪਾਰਟਸ ਦੇ ਵਿੱਚ ਨੇਵੀ ਬਲੂ ਵੀਲ ਜਿਹਾ ਹੁੰਦਾ ਵਾ, ਜਿਹਦੇ ਵਿੱਚ 24 ਸਪੋਕਸ ਹੁੰਦੇ ਆ, ਯਾਨੀ ਕਿ 24 ਤੀਲੀਆਂ ਹੁੰਦੀਆਂ ਨੇ, ਜਿਹਨੂੰ ਅਸੀਂ ਕੀ ਕਹਿੰਦੇ ਆ? ਅਸ਼ੋਕਾ ਚੱਕਰ ਕਹਿੰਦੇ ਆ। ਦੈਨ ਨੈਸ਼ਨਲ ਐਂਬਲਮ ਕਿਹੜਾ ਵਾ? ਵੀ ਜਿਹਦੇ ਵਿੱਚ 4 ਜਾਂ ਕਹਿ ਦਿਓ ਸਾਹਮਣੇ ਤਾਂ ਸਾਨੂੰ 3 ਦੇਖਦੇ ਹੁੰਦੇ ਆ, ਵੈਸੇ ਕਿੰਨੇ ਹੁੰਦੇ ਆ? 4 ਜਿਹੜੇ ਲਾਇਨਸ ਹੁੰਦੇ ਆ ਉਹ ਖੜੇ ਹੁੰਦੇ ਆ, ਉਹਨੂੰ ਅਸੀਂ ਨੈਸ਼ਨਲ ਐਂਬਲਮ ਕਿਹਾ ਵਾ। ਅਸ਼ੋਕਾ ਚੱਕਰ ਜਿਹੜਾ ਵਾ ਉਹ ਬਿਲਡ ਕੀਤਾ ਹੁੰਦਾ ਪਿਲਰ ਆਫ ਟੂ ਦੀ ਸਰਨਾਰਥ, ਜਿਹੜਾ ਸਰਨਾਰਥ ਦੇ ਉੱਤੇ ਹੁੰਦਾ ਵਾ। ਇਹ ਕੈਪਟ ਉੱਪਰ ਉਹਦੇ ਉੱਪਰ ਜਿਹੜਾ ਅਸੀਂ 4 ਲਾਇਨਸ ਬਣਾਏ ਹੋਏ ਨੇ ਉਹਨਾਂ ਦੇ ਉੱਪਰ ਇਹ ਲੱਗਾ ਹੁੰਦਾ ਵਾ। ਨੈਕਸਟ ਆ ਸੈਫਰਨ ਕਲਰ ਆਫ ਆਵਰ ਫਲੈਗ ਦੇ ਸਟੈਂਡ ਫॉर ਦੀ ਕਰੇਜ ਐਂਡ ਸੈਕਰੀਫਾਈਸ। ਵੀ ਜਿਹੜਾ ਸਾਡਾ ਸੈਫਰਨ ਕਲਰ ਆਫ ਫਲੈਗ ਦਾ ਕੀ ਸ਼ੋਅ ਕਰਦਾ ਵਾ? ਸਾਡੇ ਤਿਆਗ ਅਤੇ ਸਾਡੇ ਭਰੋਸੇ ਨੂੰ ਦਿਖਾਉਂਦਾ ਵਾ। ਵਾਈਟ ਕਲਰ ਸਾਡਾ ਤਰੁੱਤ ਅਤੇ ਸ਼ਾਂਤੀ ਨੂੰ ਦਿਖਾਉਂਦਾ ਵਾ। ਗ੍ਰੀਨ ਕਲਰ ਸਾਨੂੰ ਫਰਟੀਲਿਟੀ ਅਤੇ ਪ੍ਰੋਸਪੈਰਿਟੀ ਵੀ ਉਪਜਾਊਪਣੀ ਅਤੇ ਇੱਕ ਦੂਸਰੇ ਨਾਲ ਜੁੜ ਕੇ ਰੱਖਦਾ ਵਾ। ਜਿਹੜਾ ਵੀਲ ਆ ਉਹ ਸਾਡਾ ਪੀਸਫੁਲ ਇੱਕ ਚੇਂਜ ਆ, ਵੀ ਸਾਡਾ ਇੱਕ ਸ਼ਾਂਤੀਮਈ ਢੰਗ ਦੇ ਨਾਲ ਬਣਾਉਣਾ ਵਾ। ਇਹ ਸਿੰਬਲ ਜਿਹੜਾ ਵਾ ਇਹ ਸਾਡੇ ਪੁਰਾਣੇ ਏਂਸ਼ੀਅੰਟ ਕਲਚਰ ਤੋਂ ਲਿਆ ਗਿਆ ਵਾ। ਇਹਦਾ 3 ਕਲਰਸ ਜਿਹੜਾ ਸਿੰਬਲ ਆ ਉਹ ਪੀਸ, ਪ੍ਰੋਗਰੈਸ ਅਤੇ ਹੋਪ ਨੂੰ ਦਰਸਾਉਂਦਾ ਵਾ। ਫॉर ਆ ਫਿਊਚਰ ਵੀ ਜਿਹੜੇ ਫਿਊਚਰ ਦੇ ਵਿੱਚ ਸਾਡੇ ਸ਼ਾਂਤੀ, ਪ੍ਰਗਤੀ ਅਤੇ ਉਮੀਦ ਨੂੰ ਦਰਸਾਉਂਦਾ ਵਾ। ਇਹ ਸਾਨੂੰ ਪ੍ਰੇਸ ਦੇ ਨਾਲ ਫੁੱਲਫਿਲ ਕਰਦਾ, ਆਪਰੇਟ ਕਰਦਾ ਵਾ, ਯਾਨੀ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ। ਇਟ ਰਿਮੇਨਸ ਟੂ ਬੀ ਅ ਗ੍ਰੇਟਰ ਸੈਕਰੀਫਾਈਸ ਆਫ ਦੋਜ਼ ਹੂ ਗੈਟਸ ਅਸ ਆਵਰ ਫਰੀਡਮ। ਕਹਿੰਦੇ ਸਾਨੂੰ ਇਹ ਵੀ ਚੀਜ਼ਾਂ ਯਾਦ ਦਿਖਾਉਂਦਾ ਵੀ ਅਸੀਂ ਉਹਨਾਂ ਨੇ ਕਿਸ ਤਰੀਕੇ ਨਾਲ ਆਪਣੀ ਤਿਆਗ ਦੇ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ। ਵੀ ਸਲੂਟ ਟੂ ਦੀ ਨੈਸ਼ਨਲ ਫਲੈਗ, ਅਸੀਂ ਉਹਨੂੰ ਸਾਰੇ ਸਲਾਮ ਕਰਦੇ ਹਾਂ। ਵੀ ਸਲੂਟ ਆਵਰ ਨੈਸ਼ਨਲ ਫਰੀਡਮ ਫਾਈਟਰ, ਅਤੇ ਅਸੀਂ ਸਾਰੇ ਸਲਾਮ ਕਰਦੇ ਹਾਂ ਆਪਣੇ ਫਰੀਡਮ ਫਾਈਟਰਸ ਨੂੰ। ਨੈਕਸਟ ਹੈਗਾ ਵਾ ਜਿਹੜਾ ਸਾਡੇ ਐਂਬਲਮ ਦੱਸਿਆ ਹੋਇਆ ਵੀ ਕਿਸ ਤਰੀਕੇ ਪਾਸਪੋਰਟ ਦੇ ਉੱਤੇ ਬਣਿਆ ਹੋਇਆ, ਅਤੇ ਸਾਡੇ ਕੋਇੰਸ ਦੇ ਉੱਤੇ ਵੀ ਐਂਬਲਮਸ ਬਣੇ ਹੋਏ ਨੇ। ਆ ਪਰਸਨ ਨੇ ਬੰਦੇ ਮਾਤਰਮ ਜਿਨ੍ਹਾਂ ਨੇ ਸਾਡਾ ਸੌਂਗ ਸੀਗਾ ਉਹ ਲਿਖਿਆ ਸੀਗਾ, ਰਿਟਨ ਕਿਹਨਾਂ ਨੇ ਕੀਤਾ ਸੀ? ਵੈਨਕਮ ਚੰਦਰਾ ਚੈਟਰਜੀ ਨੇ ਲਿਖਿਆ ਸੀਗਾ। ਅਤੇ ਇਸ ਦੇ ਵਿੱਚ ਉਹਨਾਂ ਨੇ ਆਪਣੀ ਮਦਰ ਦੇ ਲਈ ਇਹ ਜਾਣੀ ਕਿ ਇੰਡੀਆ ਜਿਹੜੀ ਆਪਣੀ ਕੰਟਰੀ ਆ ਉਹਨੂੰ ਮਦਰ ਮੰਨਿਆ ਜਾਂਦਾ। ਉਹ ਇੱਕ ਬੱਚੇ ਨੇ ਆਪਣੇ ਮਦਰ ਦੇ ਲਈ ਇਹ ਲਿਖਿਆ ਸੀ। ਨੈਕਸਟ ਹੈਗਾ ਨੈਸ਼ਨਲ ਐਂਬਲਮਸ, ਜਿਹਦੀ ਅਸੀਂ ਗੱਲ ਕੀਤੀ ਆ ਉਹ ਕੀ ਆ? ਉਹਦੇ ਕੈਪੀਟਲਸ ਯਾਨੀ ਕਿ ਉਹਦੇ ਫੋਰਹੈੱਡ ਨੇ ਅਸ਼ੋਕਾ ਪਿਲਰ ਹੁੰਦਾ ਵਾ। ਐਟ ਸਰਨਾਰਥ ਵੀ ਸਰਨਾਰਥ ਦੇ ਉੱਤੇ ਹੁੰਦਾ ਵਾ। ਅਤੇ ਜਿਹੜਾ ਸਰਨਾਰਥ ਆ ਲਾਰਡ ਵਿਥਰੂ ਦੇ ਵਿੱਚ ਡਿਲੀਵਰ ਕੀਤਾ ਗਿਆ ਸੀ। ਜਿਹੜਾ ਫਸਟ ਸਰਨਾਰਥ ਦੇ ਵਿੱਚ ਜਿਹੜਾ ਲਾਰਡ ਵਿਥਰੂ ਸੀਗਾ ਉਹਨਾਂ ਨੇ ਪਹਿਲਾਂ ਆਪਣਾ ਸੰਦੇਸ਼ ਉੱਥੇ ਦਿੱਤਾ ਸੀਗਾ। ਨੈਸ਼ਨਲ ਐਂਬਲਮ ਦੇ ਵਿੱਚ 2 ਪਾਰਟਸ ਨੇ ਇਹਦੇ, ਇੱਕ ਟੌਪ ਆ ਇੱਕ ਬੇਸ ਆ। ਜਿਹੜਾ ਇਹਦਾ ਟੌਪ ਆ ਉਹਦੇ ਉੱਤੇ 4 ਲਾਇਨਸ ਸਿੱਟ ਕੀਤੇ ਹੋਏ ਨੇ, ਜਿਹੜਾ ਕਿ ਇੱਕ ਬੈਕ ਟੂ ਬੈਕ ਇੱਕ ਦੂਸਰੇ ਨੂੰ ਨੇ, ਪਰ ਸਾਨੂੰ ਜਿਹੜੇ ਇਹ ਚਾਰੇ ਡਿਫਰੈਂਟ ਜਿਹੜੇ ਡਾਇਰੈਕਸ਼ਨ ਨੇ ਉਹਨਾਂ ਵਿੱਚ ਫੇਸ ਕਰਕੇ ਬੈਠੇ ਨੇ। ਔਨ ਦੀ ਬੇਸ ਆਫ ਦੀ ਹਾਰਸ ਆਫ ਟੂ ਦੀ ਲੈਫਟ ਆਫ ਦੀ ਵੀਲ ਆਫ ਦੀ ਮਿਡਲ ਐਂਡ ਦੀ ਬੁੱਲ ਆਫ ਟੂ ਦੀ ਰਾਈਟ। ਹੁਣ ਇਹਦੇ ਜਿਹੜਾ ਵਾ ਲੈਫਟ ਦੇ ਵਿੱਚ ਉਹ ਹਾਰਸ ਆ, ਅਤੇ ਇਹਦੇ ਵੀਲ ਜਿਹੜਾ ਵਾ ਮਿਡਲ ਦੇ ਵਿੱਚ ਪਾਇਆ ਗਿਆ ਵਾ, ਅਤੇ ਬੁੱਲ ਜਿਹੜਾ ਵਾ ਇਹਦੇ ਰਾਈਟ ਸਾਈਡ ਦੇ ਉੱਤੇ ਹੁੰਦਾ ਵਾ। ਇਹਦੇ ਉੱਤੇ ਇੱਕ ਚੀਜ਼ ਵੀ ਲਿਖੀ ਹੋਈ ਆ, ਸੱਤਿਅਮੇਵ ਜਯਤੇ, ਟਰੂਥ ਬਿਲੋਂਗ
ਅਲੋਂਗਸ ਟ੍ਰਿੰਪਲਸ ਇਜ਼ ਆ ਇਨਸਕ੍ਰਿਪਟ ਵੀ ਜਿਹੜੀ ਕਿ ਉਹਦੇ ਉੱਤੇ ਲਿਖਿਆ ਹੋਇਆ ਸੱਤਿਅਮੇ ਵਿਜੈ ਤੇ। ਨੈਕਸਟ ਹੈਗਾ ਸਾਡਾ ਜਿਹੜਾ ਨੈਸ਼ਨਲ ਐਨੀਮਲ ਕਿਹੜਾ ਵਾ, ਉਹ ਹੈਗਾ ਟਾਈਗਰ। ਇਹਨੂੰ ਕਦੋਂ ਮਿਲਿਆ ਸੀਗਾ 26 1950 ਦੇ ਵਿੱਚ ਇਹਨੂੰ ਨੈਸ਼ਨਲ ਸਿੰਬਲ ਘੋਸ਼ਿਤ ਕੀਤਾ ਗਿਆ। ਨੈਸ਼ਨਲ ਐਂਬਲਮ ਦੇ ਵਿੱਚ ਇੱਕ ਸੀਲ ਲੱਗੀ ਹੁੰਦੀ ਜਿਹੜੀ ਕਿ ਸੈਂਟਰਲ ਗਵਰਨਮੈਂਟ ਹੁੰਦੀ ਹੈ, ਜਿਹੜੀ ਉਹਦੀ ਸਾਰੀ ਕਰੰਸੀ ਜਾਂ ਕੋਈ ਵੀ ਡਾਕੂਮੈਂਟੇਸ਼ਨ ਦੇ ਉੱਤੇ ਲਗਾਈਆਂ ਗਈਆਂ ਹੁੰਦੀਆਂ ਨੇ। ਇਹ ਕਦੋਂ ਇਹਨੂੰ ਅਡਾਪਟ ਕੀਤਾ ਗਿਆ ਸੀ 26 ਜਨਵਰੀ 1950, ਇਹ ਤੁਸੀਂ ਯਾਦ ਰੱਖਣਾ ਵਾ। ਟਾਈਗਰ ਦੇ ਬਾਰੇ ਹੋ ਗਿਆ। ਨੈਸ਼ਨਲ ਐਂਥਮ, ਨੈਸ਼ਨਲ ਐਂਥਮ ਦੱਸਦਾ ਜਨਗਣ ਮਨ ਜਿਹੜਾ ਵਾ ਸਾਡਾ ਨੈਸ਼ਨਲ ਐਂਥਮ ਆ, ਜਿਹੜਾ ਕਿ ਇੱਕ ਸਾਨੂੰ ਮੀਨਿੰਗਫੁਲ ਬਣਾਇਆ ਗਿਆ। ਇਹਨੂੰ ਕੰਪੋਜ਼ ਕਿਹਨੇ ਕੀਤਾ, ਉਹ ਨੈਸ਼ਨਲ ਸੌਂਗ ਸੀਗਾ। ਇਹ ਨੈਸ਼ਨਲ ਐਂਥਮ ਆ। ਨੈਸ਼ਨਲ ਐਂਥਮ ਕਿਹਨੇ ਲਿਖਿਆ ਸੀ, ਰਵਿੰਦਰਨਾਥ ਟੈਗੋਰ ਜੀ ਨੇ, ਜਿਹੜੇ ਕਿ ਇੱਕ ਮਹਾਨ ਕਵੀ ਵੀ ਸੀਗੇ ਤੇ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ 1913 ਦੇ ਵਿੱਚ। ਨੈਸ਼ਨਲ ਐਂਥਮ ਜਿਹੜਾ ਵਾ ਇਹ ਹਰੇਕ ਜਿਹੜੀ ਸੈਰੇਮਨੀਜ਼ ਹੁੰਦੀਆਂ ਨੇ ਓਕੇਸ਼ਨ ਦੇ ਟਾਈਮ ਇਹ ਵਜਾਇਆ ਜਾਂਦਾ ਵਾ। ਤੇ ਦੂਜਾ ਇਹ ਕਦੋਂ ਬਣਾਇਆ ਜਾਂਦਾ, ਜਦੋਂ ਅਸੀਂ ਮਾਰਨਿੰਗ ਪ੍ਰੇਅਰ ਕਰਦੇ ਹਾਂ ਹਰੇਕ ਐਜੂਕੇਸ਼ਨ ਇੰਸਟੀਟਿਊਸ਼ਨ ਦੇ ਵਿੱਚ। ਇਹ ਸਾਡੀ ਕੀ ਆ, ਸਾਡੀ ਪੀਸ, ਸਾਡੀ ਸਾਡੀ ਪੇਸ਼ੈਂਸ, ਸਾਡੀ ਟੋਲਰੈਂਸ ਤੇ ਸਾਡੇ ਨੈਸ਼ਨਲ ਯੂਨਿਟੀ ਨੂੰ ਇਹ ਸ਼ੋਅ ਕਰਦਾ ਵਾ ਤੇ ਇਹ ਸਾਡੇ ਲਈ ਇੱਕ ਬਹੁਤ ਮਾਣ ਵਾਲੀ ਗੱਲ ਵੀ ਆ। ਨੈਕਸਟ ਹੈਗਾ ਵਾ ਜਿਹੜਾ ਸਾਡਾ ਨੈਸ਼ਨਲ ਵਰਡ ਕਿਹੜਾ ਵਾ, ਪੀਕੌਕ। ਨੈਸ਼ਨਲ ਸੌਂਗ ਜਿਹਦੀ ਆਪਾਂ ਗੱਲ ਕੀਤੀ ਬੰਦੇ ਮਾਤਰਮ ਕਿਹਨਾਂ ਲਿਖਿਆ ਸੀ, ਬੈਂਕਮ ਚੰਦਰਾ ਚੈਟਰਜੀ ਨੇ ਲਿਖਿਆ ਸੀਗਾ। ਇਹ ਸੌਂਗ ਜਿਹੜਾ ਸੀਗਾ ਉਹਨਾਂ ਨੇ ਆਪਣੇ ਮਦਰਲੈਂਡ ਦੇ ਉੱਤੇ ਡੋਨੇਟ ਕੀਤਾ ਸੀ, ਯਾਨੀ ਕਿ ਆਪਣੀ ਮਦਰਲੈਂਡ ਨੂੰ ਦੇਖ ਕੇ ਉਹ ਲਿਖਿਆ ਸੀਗਾ। ਤੇ ਇਹ ਜ਼ਿਆਦਾਤਰ ਉਹ ਇੱਕ ਮੇਨ ਚੀਜ਼ ਜਿਹੜੀ ਇਸ ਸੌਂਗ ਦੇ ਵਿੱਚ ਆ ਉਹ ਫਰੀਡਮ ਫਾਈਟਰ ਤੋਂ ਇੰਸਪਾਇਰ ਹੋ ਕੇ ਇਹਨਾਂ ਨੇ ਇਹ ਸੌਂਗ ਲਿਖਿਆ ਸੀ। ਨੈਸ਼ਨਲ ਐਨੀਮਲ ਤੁਹਾਨੂੰ ਦੱਸਦਾ ਟਾਈਗਰ ਆ, ਜਿਹੜਾ ਕਿ ਇੱਕ ਗ੍ਰੇਸ ਤੇ ਸਟਰੈਂਥ ਤੇ ਫੇਅਰਨੈਸ ਨੂੰ ਦਰਸਾਉਂਦਾ ਵਾ। ਇਹ ਕਦੋਂ ਅਡਾਪਟ ਕੀਤਾ ਗਿਆ ਸੀ, ਨਵੰਬਰ 1972 ਦੇ ਵਿੱਚ ਅਡਾਪਟ ਕੀਤਾ ਗਿਆ ਸੀਗਾ ਤੇ ਨੈਸ਼ਨਲ ਐਨੀਮਲ ਬਣ ਗਿਆ। ਉਦੋਂ ਬਾਅਦ ਨੈਸ਼ਨਲ ਵਰਡ ਜਿਹੜਾ ਆਪਾਂ ਪੀਕੌਕ, ਪੀਕੌਕ ਜਿਹੜਾ ਸਾਡਾ ਨੈਸ਼ਨਲ ਵਰਡ ਆ, ਇੱਕ ਪਿਆਰਾ ਵਾ, ਇਹ ਕਲਰਫੁੱਲ ਆ ਤੇ ਇਹਦੀ ਜਿਹੜਾ ਡਾਂਸ ਹੁੰਦਾ ਬਹੁਤ ਸੋਹਣਾ ਹੁੰਦਾ ਵਾ। ਸਿੰਸ 1963 ਦੇ ਵਿੱਚ ਇਹਨੂੰ ਅਡਾਪਟ ਕੀਤਾ ਗਿਆ ਸੀ ਨੈਸ਼ਨਲ ਵਰਡਸ ਦੇ ਵਿੱਚ ਤੇ ਹੁਣ ਇਹਦੇ ਉੱਤੇ ਪ੍ਰੋਹਿਬਿਟਡ ਕੀਤਾ ਹੋਇਆ ਪੀਕੌਕਸ ਨੂੰ ਮਾਰਨਾ। ਨੈਕਸਟ ਹੈਗਾ ਸਾਡਾ ਅਵਰ ਨੈਸ਼ਨਲ ਫਲਾਵਰ। ਨੈਸ਼ਨਲ ਫਲਾਵਰ ਕਿਹੜਾ ਵਾ ਸਾਡਾ, ਲੋਟਸ ਆ। ਲੋਟਸ ਜਿਹੜਾ ਵਾ ਉਹ ਲਵਲੀ ਇੱਕ ਸਿੰਬਲ ਆ ਜਿਹੜਾ ਪਿਓਰਿਟੀ ਤੇ ਰਾਈਟਸਨੈਸ ਲਈ ਦੱਸਦਾ ਵਾ, ਜਾਣੀ ਕਿ ਇੱਕ ਸ਼ੁੱਧਤਾ ਤੇ ਸਹੀ ਰਸਤਾ ਦੱਸਦਾ ਵਾ। ਮੈਨੀ ਜਿਹੜੇ ਹਿੰਦੂ ਗੋਡ ਤੇ ਗੋਡੇਸ ਸੀਗੇ ਉਹ ਵੀ ਉਹਨਾਂ ਨੇ ਹੀ ਜਿਹੜਾ ਫਲਾਵਰ ਸੀਗਾ ਉਹਨੂੰ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ, ਤਾਂ ਕਰਕੇ ਸਾਡੀ ਗ੍ਰੇਸ ਤੇ ਬਿਊਟੀ ਨੂੰ ਵੀ ਇਹ ਦਰਸਾਉਂਦਾ ਵਾ ਤੇ ਇਹ ਸਾਡੇ ਨੈਸ਼ਨਲ ਸਿੰਬਲਸ ਦੇ ਵਿੱਚ ਇੱਕ ਵੱਡਾ ਰੋਲ ਪਲੇ ਕਰਦਾ ਵਾ। ਨੈਕਸਟ ਆ ਤੁਹਾਨੂੰ ਪਤਾ ਲੱਗ ਗਿਆ ਹੁਣ ਆਈ ਹੋਪ ਵੀ ਸਾਡੇ 7 ਜਿਹੜੇ ਨੈਸ਼ਨਲ ਸਿੰਬਲ ਸੀ ਉਹਦੇ ਬਾਰੇ ਅਸੀਂ ਵੀ ਗੱਲ ਕਰ ਲਈ ਆ। ਹੁਣ ਦੱਸ ਵੀ ਦਿੱਤਾ ਵੀ ਇਹ ਕਿੱਦਾਂ ਕਿੱਦਾਂ ਨੇ, ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਯਾਦ ਰੱਖਣਾ ਹੈ। ਇਹਨਾਂ ਦੇ ਈਅਰਸ ਵੀ, ਅਡਾਪਟੇਸ਼ਨ ਦੇ ਈਅਰਸ ਵੀ ਇਹ ਯਾਦ ਰੱਖਣੇ ਨੇ। ਨੈਕਸਟ ਜਿਹੜੇ ਤੁਹਾਡੇ ਵਰਡਸ ਮੀਨਿੰਗ ਨੇ ਜਿਹੜੇ ਕਿ ਤੁਸੀਂ ਆਪਣੇ ਆਪ ਹੀ ਦੇਖ ਕੇ ਕਰ ਲੈਣੇ, ਕਿਉਂਕਿ ਇਹਦੇ ਵਿੱਚ ਮੇਰਾ ਕੋਈ ਦੱਸਣ ਵਾਲਾ ਹੈ ਨਹੀਂ। ਇਹਦੇ ਵਿੱਚ ਸਾਰੇ ਜਿਹੜੇ ਟਰਾਂਸਲੇਸ਼ਨ ਆ ਉਹ ਸਾਈਡ ਦੇ ਉੱਤੇ ਲਿਖੀ ਹੋਈ ਆ। ਤੁਸੀਂ ਇਹ ਸਾਰਿਆਂ ਨੂੰ ਜਿਵੇਂ ਕਿ ਆਹ ਕੌਮੇਸ ਪਾ ਕੇ ਲਿਖੇ ਹੋਏ ਨੇ, ਜਿਵੇਂ ਆ ਮੋਟੀਵੇਸ਼ਨ, ਇੰਸਪਾਇਰ ਔਰ ਮੂਵ ਸਮਬਡੀ ਟੂ ਐਕਟ ਦਾ, ਇਹਦੇ ਵਿੱਚ ਇੰਸਪਾਇਰ ਵੀ ਲਿਖ ਸਕਦੇ ਹੋ ਤੁਸੀਂ ਜਾਂ ਮੂਵ ਸਮਬਡੀ ਇਹ ਵੀ ਲਿਖ ਸਕਦੇ ਹੋ, ਜਿਹੜੀ ਕਿ ਦੋਹਾਂ ਵਿੱਚ ਇੱਕ ਲਿਖ ਸਕਦੇ ਹੋ। ਇਹ ਜੇ ਐਜ਼ ਏ ਚੋਇਸ ਹੁੰਦੀ ਆ ਵੀ ਤੁਸੀਂ ਕਿਹੜਾ ਲਿਖਣਾ ਚਾਹੁੰਦੇ ਹੋ। ਇਸੇ ਤਰੀਕੇ ਨਾਲ ਜਿਹੜਾ ਇਸ ਦੇ ਵਿੱਚ ਦਿੱਤਾ ਹੋਇਆ ਤਾਂ ਇਸ ਦੇ ਵੀ ਸਾਰੇ ਆਨਸਰ ਜਿਹੜੇ ਨੇ ਉਹ ਸਾਈਡ ਦੇ ਉੱਤੇ ਲਿਖੇ ਹੋਏ ਨੇ। ਨੈਕਸਟ ਆ ਵੀ ਤੁਹਾਡਾ ਤੁਸੀਂ ਇਹ ਨੋਟਬੁੱਕ ਦੇ ਉੱਤੇ ਨੋਟ ਡਾਊਨ ਕਰਨਾ ਵਾ। ਨੈਕਸਟ ਹੈਗਾ ਨਿਊ ਵਰਡਸ ਐਂਡ ਫਰੇਸਿਸ ਐਂਡ देयर ਯੂਜ਼, ਵੀ ਜਿਹੜੇ ਸਾਡੇ ਨਿਊ ਵਰਡਸ ਕਿਹੜੇ ਕਿਹੜੇ ਨੇ, ਫਰੇਸਿਸ ਕਿਹੜੇ ਨੇ ਤੇ ਉਹਦੇ ਯੂਜ਼ ਕੀ ਕੀ ਨੇ। ਫਸਟ ਹੈਗਾ ਵਾ ਇੰਡੀਪੈਂਡੈਂਸ, ਹੈਵਿੰਗ ਇਟਸ ਓਨ ਗਵਰਨਮੈਂਟ, ਵੀ ਇੰਡੀਪੈਂਡੈਂਸ ਦਾ ਮਤਲਬ ਸੁਤੰਤਰਤਾ, ਵੀ ਜਿਨ੍ਹਾਂ ਦੀ ਆਪਣੀ ਸਰਕਾਰ ਹੋਵੇ। ਇੰਡੀਆ ਬਿਕੇਮਸ ਟੂ ਦੀ ਇੰਡੀਪੈਂਡੈਂਟ ਕੰਟਰੀ 1947, ਵੀ ਜਿਹੜਾ ਇੰਡੀਆ ਸੀਗਾ ਉਹ ਇੱਕ ਆਜ਼ਾਦ ਦੇਸ਼ ਕਦੋਂ ਬਣਿਆ 1947 ਦੇ ਵਿੱਚ। ਮੋਟੀਵੇਟ ਟੂ ਮੇਕਸ ਟੂ ਦੀ ਸਮਬਡੀ ਵਾਂਟ ਟੂ ਬੀ ਅ ਡੂ ਸਮਥਿੰਗ, ਕਿਸੇ ਬੰਦੇ ਨੂੰ ਤਿਆਰ ਕਰ ਲੈਣਾ ਕੋਈ ਤਾਂ ਜੋ ਉਹ ਆਪਣੀ ਜਿਹੜੀ ਇੱਛਾ ਚਾਹੁੰਦਾ ਵਾ ਉਹ ਕੰਮ ਕਰ ਸਕੇ। ਸ਼ੀ ਇਜ਼ ਵੈਰੀ ਗੁੱਡ ਐਟ ਮੋਟੀਵੇਟਿੰਗ ਹਰ ਸਟੂਡੈਂਟਸ, ਕਹਿੰਦੇ ਉਹ ਬਹੁਤ ਚੰਗੀ ਆ ਵੀ ਆਪਣੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਜਾਂ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ। ਇੰਸਪਾਇਰ ਟੂ ਗਿਵ ਦੀ ਆ ਸਮਬਡੀ ਟੂ ਡਿਜ਼ਾਇਰ ਟੂ ਡੂ ਵੈਲ, ਵੀ ਕਿਸੇ ਨੂੰ ਉਹ ਚੀਜ਼ ਦੇ ਦੇਣੀ ਜਿਹੜਾ ਉਹ ਕਰਨ ਦੇ ਲਈ ਚਾਹੁੰਦਾ ਵਾ। ਗਾਂਧੀ ਜੀ ਇੰਸਪਾਇਰ ਅਸ ਟੂ ਦੀ ਆ ਫੋਲੋ ਦੀ ਆ ਪਾਥ ਆਫ ਨੋਨ ਵਾਇਲੈਂਸ, ਵੀ ਗਾਂਧੀ ਜੀ ਨੇ ਸਾਨੂੰ ਕੀ ਆ ਇੰਸਪਾਇਰ ਕੀਤਾ ਵੀ ਤਾਂ ਜੋ ਅਸੀਂ ਕੀ ਆ ਇੱਕ ਅਹਿੰਸਾ ਦਾ ਪਾਥ ਦੇ ਉੱਤੇ ਚੱਲੀਏ ਜਾਂ ਉਹਨੂੰ ਫੋਲੋ ਕਰੀਏ। ਨੈਕਸਟ ਹੈਗਾ ਸਟੈਂਡ ਫॉर ਟੂ ਬੀ ਆ ਸਿੰਬਲ ਆਫ ਸਮਥਿੰਗ, ਕਿਸੇ ਚੀਜ਼ ਦਾ ਚਿੰਨ੍ਹ ਬਣ ਜਾਣਾ। ਦੀ ਵਾਈਟ ਕਲਰ ਆਫ ਆਵਰ ਫਲੈਗ ਸਟੈਂਡਸ ਫॉर ਪੀਸ ਐਂਡ ਟਰੁੱਥ, ਵੀ ਜਿਹੜਾ ਸਾਡਾ ਇੱਕ ਚਿੱਟਾ ਰੰਗ ਆ ਉਹ ਸਾਡੇ ਫਲੈਗ ਦਾ, ਉਹ ਸਾਡੇ ਲਈ ਕੀ ਆ ਸ਼ਾਂਤੀ ਤੇ ਸੱਚਾਈ ਦਾ ਪ੍ਰਤੀਕ ਆ। ਨੈਕਸਟ ਹੈਗਾ ਸਿੰਬਲ ਅ ਸਾਈਨ ਦੈਟ ਹੈਜ਼ ਅ ਫਿਕਸਡ ਮੀਨਿੰਗ, ਵੀ ਅਜਿਹਾ ਚਿੰਨ੍ਹ ਜਿਹਦਾ ਕੁਝ ਨਾ ਕੋਈ ਇੱਕ ਮੀਨਿੰਗ ਨਿਕਲਦਾ ਹੋਵੇ ਜਾਂ ਕੋਈ ਅਰਥ ਨਿਕਲਦਾ ਹੋਵੇ। ਦੀ ਰੈੱਡ ਕਲਰ ਇਜ਼ ਦਾ ਸਿੰਬਲ ਆਫ ਟੂ ਦੀ ਡੇਂਜਰ, ਵੀ ਜਿਹੜਾ ਲਾਲ ਕਲਰ ਆ ਉਹ ਕੀ ਆ ਖਤਰੇ ਦਾ ਨਿਸ਼ਾਨ ਹੈ। ਪ੍ਰੋਗਰੈਸ ਦੀ ਪ੍ਰੋਸੈਸ ਆਫ ਇੰਪਰੂਵਿੰਗ ਐਂਡ ਡਿਵੈਲਪਿੰਗ,
ਵੀ ਕਿਸੇ ਚੀਜ਼ ਦੇ ਵਿੱਚ ਕੋਈ ਚੀਜ਼ ਇੰਪਰੂਵ ਕਰ ਲੈਣੀ ਜਾਂ ਉਹਦੇ ਵਿੱਚ ਉਸ ਵਧਾ ਲੈਣਾ ਜਾਂ ਆਪਣੇ ਆਪ ਨੂੰ ਡਿਵੈਲਪ ਕਰ ਲੈਣਾ। ਇੰਡੀਆ ਹੈਜ਼ ਮੇਡ ਅਪ ਟੂ ਦੀ ਗ੍ਰੇਟ ਪ੍ਰੋਗਰੈਸ ਸਿੰਸ ਦੀ ਇੰਡੀਪੈਂਡੈਂਸ, ਵੀ ਇੰਡੀਆ ਨੇ ਹੁਣ ਬਹੁਤ ਜ਼ਿਆਦਾ ਤਰੱਕੀ ਕਰ ਲਈ ਆ ਆਪਣੇ ਇੰਡੀਪੈਂਡੈਂਸ ਤੋਂ ਬਾਅਦ ਜਾਂ ਇੰਡੀਪੈਂਡੈਂਸ ਤੋਂ। ਰੈਵਨਿਊ ਮਨੀ ਦੈਟ ਆ ਗਵਰਨਮੈਂਟਸ ਸਰਵਿਸ ਰਿਸੀਵਸ ਥਰੂ ਟੈਕਸਿਸ, ਕੋਈ ਅਜਿਹੀ ਪੈਸੇ ਜਿਹੜੇ ਕਿ ਗਵਰਨਮੈਂਟ ਟੈਕਸ ਦੇ ਬੇਸ ਦੇ ਉੱਤੇ ਰਿਸੀਵ ਕਰ ਲੈਂਦੀ ਆ। There has been a shortage of to the government revenues in this year, ਵੀ ਸਾਡੇ ਕੋਲ ਕੀ ਆ ਕਾਫੀ ਘੱਟ ਪੈਸੇ ਨੇ ਗਵਰਨਮੈਂਟ ਰੈਵਨਿਊ ਦੀ ਇਸ ਸਾਲ। ਡਾਕੂਮੈਂਟ ਐਨ ਆਫੀਸ਼ੀਅਲ ਪੇਪਰ ਦੈਟ ਕੈਨ ਬੀ ਯੂਜ਼ਡ ਐਜ਼ ਏ ਪ੍ਰੂਫ, ਕੋਈ ਅਜਿਹਾ ਸਰਕਾਰੀ ਦਸਤਾਵੇਜ਼ ਜਿਹੜਾ ਕੀ ਆ ਐਜ਼ ਏ ਪ੍ਰੂਫ ਜਾਂ ਸਬੂਤ ਦਿੱਤਾ ਜਾ ਸਕੇ। ਯੂ ਵਿਲ ਵੀ ਹੈਵ ਟੂ ਵੀ ਪ੍ਰੋਡਿਊਸ ਆਲ ਥੀਸ ਡਾਕੂਮੈਂਟ ਇਨ ਦੀ ਕੋਰਟ, ਕਹਿੰਦੇ ਵੀ ਤੁਸੀਂ ਇਹ ਜਿਹੜੇ ਡਾਕੂਮੈਂਟ ਨੇ ਦਸਤਾਵੇਜ਼ ਨੇ ਤੁਸੀਂ ਉੱਥੇ ਜਾ ਕੇ ਪ੍ਰੋਡਿਊਸ ਕਰਨੇ ਆ ਕੋਰਟ ਦੇ ਵਿੱਚ ਜਾਂ ਅਦਾਲਤ ਦੇ ਵਿੱਚ। ਸਲਮੇਜ ਦੀ ਫੈਕਟਰਸ ਕਵਰਿੰਗ ਟੂ ਦੀ ਵਰਡਸ ਬੋਡੀ, ਵੀ ਜਿਹੜੇ ਉਹਦੇ ਪੰਖ ਹੁੰਦੇ ਜਿਹੜੇ ਕਿ ਉਹਦੀ ਬੋਡੀ ਨੂੰ ਕਵਰ ਕਰਕੇ ਰੱਖਦੇ ਆ। ਪੀਕੌਕ ਵਾਜ਼ ਏ ਲਵਲੀ ਪਲੰਬਰੇਜ, ਵੀ ਪੀਕੌਕ ਦੇ ਕੋਲ ਇੱਕ ਲੰਬੇ ਲੰਬੇ ਪੰਖਾਂ ਦੀ ਡਾਰ ਹੁੰਦੀ ਆ ਜਿਹੜੀ ਦੇਖਣ ਨੂੰ ਸੋਹਣੀ ਲੱਗਦੀ ਆ। ਇਸ ਸੈਸ਼ਨ ਦੇ ਵਿੱਚ ਅਸੀਂ ਜਸਟ ਵਰਡ ਮੀਨਿੰਗ ਤੇ ਫਰੇਸ ਰਾਈਟਿੰਗ ਜਾਂ ਵਰਡਸ ਆਫ ਫਰੇਸਿਸ ਇਹ ਅਸੀਂ ਕੀਤੇ ਨੇ। ਕਿਉਂਕਿ ਇਹ ਵੀਡੀਓ ਜ਼ਿਆਦਾ ਲੰਬੀ ਹੋ ਜਾਣੀ ਸੀ ਤਾਂ ਕਰਕੇ ਮੈਂ ਕੀ ਆ ਸਿਰਫ ਇਹੀ ਚੀਜ਼ਾਂ ਨੂੰ ਐਕਸਪਲੇਨ ਕੀਤਾ। ਤੁਸੀਂ ਇਹ ਸਾਰੀਆਂ ਚੀਜ਼ਾਂ ਤੁਸੀਂ ਜਿੰਨੇ ਵੀ ਮੈਚ ਕਰਾਇਆ ਵਾ ਤੁਸੀਂ ਇਹ ਨੋਟਬੁੱਕ ਦੇ ਉੱਤੇ ਨੋਟ ਡਾਊਨ ਕਰ ਲੈਣਾ ਵਾ, ਰਿਵਾਈਜ਼ ਕਰਨਾ ਵਾ। ਜੇਕਰ ਫਿਰ ਵੀ ਕੋਈ ਪ੍ਰੋਬਲਮ ਅਰਾਈਜ਼ ਹੁੰਦੀ ਆ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਨੈਕਸਟ ਸੈਸ਼ਨ ਦੇ ਵਿੱਚ ਅਸੀਂ ਇਹਦੇ ਕੁਐਸਚਨ ਆਨਸਰਸ ਕਰਾਂਗੇ ਤੇ ਉਹਦੀ ਵੀ ਟਰਾਂਸਲੇਸ਼ਨ ਮੈਂ ਤੁਹਾਨੂੰ ਕਰਾਵਾਂਗਾ। ਜੇਕਰ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਤੇ ਇਹਦੀ ਮੇਰੀ ਟਰਾਂਸਲੇਸ਼ਨ ਜ਼ਿਆਦਾ ਵਧੀਆ ਲੱਗੀ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲੋ, ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਵੀਡੀਓ।